देश इस वक्त कोविड-19 ਦੀ ਸੈਕੰਡ ਵੇਵ ਫੇਸ ਕਰ ਰਿਹਾ। ਡੇਲੀ ਰਿਕਾਰਡ ਨੰਬਰ ਆਫ ਕੇਸਿਸ ਆ ਰਹੇ, ਰਿਕਾਰਡ ਨੰਬਰ ਆਫ ਡੈਥਸ ਰਿਪੋਰਟ ਹੋ ਰਹੀਆਂ। ਪੰਜਾਬ ਵੀ ਇਸ ਦੇ ਵਿੱਚ ਐਕਸੈਪਸ਼ਨ ਨਹੀਂ ਹੈ। ਪੰਜਾਬ ਦੇ ਵਿੱਚ ਵੀ ਲਗਾਤਾਰ ਕੋਵਿਡ-19 ਦੀ ਸੈਕੰਡ ਵੇਵ ਜਿਹੜੀ ਹੈ ਉਹ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਪਿਛਲੇ ਕੱਲ ਪੰਜਾਬ ਦੇ ਵਿੱਚ 8,800 ਕੇਸਿਸ ਕੋਵਿਡ ਦੇ ਆਏ ਨੇ, ਕੋਵਿਡ-19 ਦੇ, ਤੇ ਨੰਬਰ ਆਫ ਡੈਥਸ ਵੀ ਡੇਲੀ बढ़ ਰਹੀਆਂ ਹਨ। ਇਸ ਵਿੱਚ ਅਲੱਗ-ਅਲੱਗ ਸੈਕਸ਼ਨਸ ਆਫ ਸੋਸਾਇਟੀ ਉਹ ਅੱਗੇ ਆ ਰਹੇ ਹਨ, ਹੈਲਪ ਕਰ ਰਹੇ ਨੇ ਪ੍ਰਸ਼ਾਸਨ ਦੀ, ਲੋਕਾਂ ਦੀ। ਸਾਰੇ ਉਸ ਦੇ ਵਿੱਚ ਕਿੱਦਾਂ ਇਸ ਸਾਰੀ ਸੈਕੰਡ ਵੇਵ ਨੂੰ ਟੈਕਲ ਕੀਤਾ ਜਾਵੇ, ਇਸ ਵਿੱਚ ਇੱਕ ਇਨੀਸ਼ੀਏਟਿਵ ਲਿੱਤਾ ਗਿਆ। ਡੇਰਾਬੱਸੀ ਤੋਂ ਐਮਐਲਏ NK ਸ਼ਰਮਾ ਜੀ ਵੱਲੋਂ ਇੱਕ ਕੋਵਿਡ ਕੇਅਰ ਸੈਂਟਰ, ਆਈਸੋਲੇਸ਼ਨ ਸੈਂਟਰ ਬੇਸਿਕਲੀ ਉਹ ਜ਼ੀਰਕਪੁਰ ਦੇ ਵਿੱਚ ਬਣਾਇਆ ਗਿਆ ਇਹਨਾਂ ਵੱਲੋਂ। ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਸਾਰਾ ਕੁਝ ਕਿੱਦਾਂ ਆਈਡੀਆ ਦਿਮਾਗ ਦੇ ਵਿੱਚ ਆਇਆ ਤੇ ਕੀ ਕੁਝ ਇੱਥੇ ਉਹ ਕਰ ਰਹੇ ਨੇ ਕੋਵਿਡ ਦੇ ਪੇਸ਼ੈਂਟਸ ਵਾਸਤੇ। ਸ਼ਰਮਾ ਜੀ, ਪਹਿਲੇ ਤਾਂ ਇਹ ਦੱਸੋ, ਇਹ ਸਾਰਾ ਕੁਝ ਜਦੋਂ ਤੁਸੀਂ ਆਈਸੋਲੇਸ਼ਨ ਸੈਂਟਰ ਇਹ ਬਣਾਇਆ, ਕਿੱਦਾਂ ਇਹ ਦਿਮਾਗ 'ਚ ਕਿੱਦਾਂ ਆਇਆ ਆਈਡੀਆ? ਅਸਲ 'ਚ ਕਰੋਨਾ ਦੀ ਜਿਹੜੀ ਮਹਾਮਾਰੀ ਆ ਪੂਰੇ ਦੇਸ਼ 'ਚ ਬੜਾ ਭਿਆਨਕ ਰੂਪ ਧਾਰ ਗਈ ਹੈ। ਅੱਜ ਤੁਸੀਂ ਦਿੱਲੀ 'ਚ ਦੇਖੋ, ਟਰੱਕ ਦੇ ਟਰੱਕ ਭਰ ਕੇ ਲੱਕੜਾਂ ਦੇ ਜਾ ਰਹੇ ਆ ਉੱਥੇ। ਨਾ ਸ਼ਮਸ਼ਾਨ ਘਾਟਾਂ 'ਚ ਜਗ੍ਹਾ ਮਿਲ ਰਹੀ ਆ, ਨਾ ਹਸਪੀਟਲਾਂ 'ਚ ਜਗ੍ਹਾ ਮਿਲ ਰਹੀ ਆ, ਨਾ ਆਕਸੀਜਨ ਉੱਥੇ ਮਿਲ ਰਹੀ ਆ। ਬਹੁਤ ਬੁਰੀ ਹਾਲਤ ਆ। ਇਹੀ ਹਾਲ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਪੰਜਾਬ 'ਚ ਵੀ ਆ। ਤੁਸੀਂ ਦੇਖੋ, ਪੂਰੇ ਜ਼ਿਲ੍ਹੇ 'ਚ ਅੱਜ ਸਰਕਾਰੀ ਹਸਪੀਟਲ 'ਚ ਕੋਈ ਵੈਂਟੀਲੇਟਰ ਨਹੀਂ ਹੈਗਾ। ਜੇ ਆਕਸੀਜਨ ਦੀ ਲੋੜ ਪੈ ਜੇ, ਕੋਈ ਬੈੱਡ ਨਹੀਂ ਹੈਗਾ ਕਿਤੇ। ਤੇ ਦੂਸਰੀ ਗੱਲ, ਪ੍ਰਾਈਵੇਟ ਹਸਪੀਟਲਾਂ 'ਚ ਵੀ ਨਹੀਂ ਮਿਲਦਾ, ਔਰ ਗਰੀਬ ਆਦਮੀ ਪ੍ਰਾਈਵੇਟ ਹਸਪੀਟਲ 'ਚ ਇਲਾਜ ਵੀ ਨਹੀਂ ਕਰਵਾ ਸਕਦਾ। ਸੋ ਮੈਨੂੰ ਬੜੇ ਫੋਨ 8-10 ਦਿਨਾਂ ਤੋਂ ਆ ਰਹੇ ਤੇ ਕਿ ਕੋਈ ਘਰ 'ਚ ਕਰੋਨਾ ਆ ਗਿਆ, ਝੋਪੜ ਪੱਟੀ 'ਚ ਕਰੋਨਾ ਆ ਗਿਆ, ਉਹਦੇ ਆਈਸੋਲੇਸ਼ਨ ਹੋਣ ਦੀ ਜਗ੍ਹਾ ਹੀ ਨਹੀਂ ਹੈ। ਪਿੰਡਾਂ 'ਚ ਜੇ 2 ਕਮਰੇ ਹੈਗੇ ਆ, 8 ਬੰਦਿਆਂ ਦੀ ਫੈਮਿਲੀ ਆ, ਕਰੋਨਾ ਆ ਗਿਆ, ਆਈਸੋਲੇਸ਼ਨ ਦੀ ਕੋਈ ਜਗ੍ਹਾ ਨਹੀਂ ਹੈਗੀ। ਸੋ ਉਹ ਸੋਚ ਕੇ ਇੱਥੇ ਮੈਂ ਆਪਣੇ ਫਾਰਮ ਹਾਊਸ ਨੂੰ, ਜਿਹੜਾ ਵਿਆਹ ਸ਼ਾਦੀਆਂ ਵਾਸਤੇ ਯੂਜ਼ ਕਰਿਆ ਜਾਂਦਾ, ਉੱਥੇ 100 ਬੈੱਡ ਲਾ ਕੇ ਲੋਕਾਂ ਦੇ ਟ੍ਰੀਟਮੈਂਟ ਵਾਸਤੇ ਇੱਥੇ ਸਾਰਾ ਖਾਣਾ ਫ੍ਰੀ, ਇਲਾਜ ਫ੍ਰੀ, ਡਾਕਟਰ ਫ੍ਰੀ, ਸਭ ਕੁਝ ਫ੍ਰੀ ਰੱਖਿਆ ਹੋਇਆ। ਔਰ ਮੈਂ ਤੁਹਾਨੂੰ ਦੱਸਾਂ ਕਿ ਬੜਾ ਪ੍ਰਮਾਤਮਾ ਦੀ ਕਿਰਪਾ ਆ, ਅਕਾਲ ਪੁਰਖ ਵਾਹਿਗੁਰੂ ਦੀ, ਪ੍ਰਮਾਤਮਾ ਦੀ, ਰਾਮ ਦੀ ਬਹੁਤ ਵੱਡੀ ਬਖਸ਼ਿਸ਼ ਆ ਕਿ ਜਦ ਮੈਂ ਸ਼ੁਰੂ ਕਰਿਆ ਤਾਂ ਮੈਨੂੰ ਪਤਾ ਨਹੀਂ ਸੀਗਾ ਵੀ ਇੰਨੀ ਟੈਕਨੀਕਲਿਟੀ ਇੱਥੇ ਪ੍ਰੋਬਲਮ ਆਊਗੀ। ਅਸੀਂ ਡਾਕਟਰ ਅਪਾਇੰਟ ਕੀਤੇ, ਨਰਸਿਸ ਅਪਾਇੰਟ ਕੀਤੀ, ਸਟਾਫ ਅਪਾਇੰਟ ਕਰੇ, ਪਰ ਕੁਝ ਜਦੋਂ ਚੇਂਜ ਹੁੰਦਾ ਕੰਮ, ਕੁਝ ਛੱਡ ਕੇ ਵੀ ਚਲੇ ਗਏ ਡਾਕਟਰ। ਸੇ ਨਹੀਂ, ਬੜੀ ਅਜੀਬ ਜੀ ਪੋਜੀਸ਼ਨ ਇੱਕ ਵਾਰੀ ਪੈਦਾ ਹੋ ਗਈ ਸੀਗੀ। ਅਗਲੇ ਦਿਨ ਹੀ ਮੈਂ ਫੋਨ ਕੀਤਾ, ਜੀਨਾ ਸਿੱਖੋ ਸੰਸਥਾ ਹੈਗੀ ਆ, ਉਹ ਮੋਹਾਲੀ ਚੰਡੀਗੜ੍ਹ 'ਚ 50 ਬੈੱਡ ਉਹ ਆਲਰੇਡੀ ਚਲਾ ਰਹੇ ਆ। ਸੋ ਮੈਂ ਤਾਂ ਧੰਨਵਾਦੀ ਹਾਂ, ਇਮੀਡੀਏਟਲੀ ਇਹ ਆ ਗਏ। ਔਰ ਇਹਨਾਂ ਨੇ ਸਾਨੂੰ, ਤੁਸੀਂ ਦੇਖੋ ਵੀ ਕੱਲ ਹੀ 6 ਡਾਕਟਰ ਪ੍ਰੋਵਾਈਡ ਕਰਦੇ, ਨਰਸਿਸ ਪ੍ਰੋਵਾਈਡ ਕਰਤੇ, ਆਪਣਾ ਜਿਹੜਾ ਕਾੜਾ ਵਗੈਰਾ ਉਹ ਵੀ ਇਹਨਾਂ ਨੇ ਦਿਆ, ਡਾਈਟ ਚਾਰਟ ਬਣਾਇਆ। ਯਾਨੀ ਤੁਸੀਂ ਦੇਖੋ ਵੀ ਡਾਕਟਰ ਜਿੰਨੇ ਪੇਸ਼ੈਂਟ ਹੈਗੇ ਸਟੇਬਲ ਆ, ਔਰ ਉਹਨਾਂ ਦਾ ਇਲਾਜ ਬੜਾ ਵਧੀਆ ਢੰਗ ਨਾਲ ਚੱਲ ਰਿਹਾ। ਪ੍ਰਮਾਤਮਾ ਕਰੂਗਾ। ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇੱਥੋਂ ਕਿਸੇ ਪੇਸ਼ੈਂਟ ਨੂੰ ਦੂਸਰੇ ਹਸਪੀਟਲ 'ਚ ਭੇਜਣਾ ਪਏ, ਇੱਥੇ ਹੀ ਠੀਕ ਹੋਏਗਾ। ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ। ਬਾਕੀ ਅਸੀਂ 2 ਬੈਂਚ ਰੱਖੀ ਹੋਈਆਂ। ਸਾਡੇ ਕੋਲ ਆਕਸੀਜਨ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਸਰਕਾਰ ਨੇ ਸਾਨੂੰ ਆਕਸੀਜਨ ਪ੍ਰੋਵਾਈਡ ਨਹੀਂ ਕਰੀ। ਇਸ ਕਰਕੇ ਇਹ ਆਈਸੋਲੇਸ਼ਨ ਸੈਂਟਰ ਆ, ਜਿਨ੍ਹਾਂ ਦੀ ਆਕਸੀਜਨ ਦੀ, ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ, ਉਹ ਪੇਸ਼ੈਂਟ ਨੂੰ ਅਸੀਂ ਇੱਥੇ ਰੱਖ ਰਹੇ ਹਾਂ। ਉਹਨਾਂ ਨੂੰ ਟ੍ਰੀਟ ਕਰਕੇ ਜਿਹੜੇ ਅੱਗੇ ਭੇਜਾਂਗੇ। ਬਾਕੀ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੋਣਾ ਉਹ ਡਾਕਟਰ ਸਾਹਿਬ ਤੁਹਾਨੂੰ ਸਾਰਾ ਗਾਈਡ ਕਰ ਦੇਣਗੇ। ਪਰ ਮੈਂ ਆਪਣੇ ਵੱਲੋਂ, ਜ਼ੀਰਕਪੁਰ ਵਾਸੀਆਂ ਵੱਲੋਂ, ਮੇਰੇ ਹਲਕੇ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ 2 ਕੋਵਿਡ ਸੈਂਟਰ ਜੀਨਾ ਸਿੱਖੋ ਸੰਸਥਾ ਨੇ ਸ਼ੁਰੂ ਕੀਤੇ ਆ। ਇੱਕ ਡੇਰਾਬੱਸੀ 'ਚ, ਇੱਕ ਜ਼ੀਰਕਪੁਰ 'ਚ। ਇਹ ਜਿਹੜਾ ਮੈਂ ਮੇਰੇ ਨਾਲ ਰਲ ਕੇ ਕਰ ਰਹੇ ਹਾਂ, ਮੈਨੂੰ ਲੱਗਦਾ ਕਿ ਲੋਕ ਇਹਦਾ ਫਾਇਦਾ ਜਿਹੜਾ ਸਾਡੇ ਇਲਾਕੇ ਨੂੰ ਜ਼ਰੂਰ ਹੋਊਗਾ। ਇਹ ਕਿੰਨੇ ਬੈਡਡ ਹੈਗਾ ਇਹ ਫੈਸਿਲਿਟੀ ਤੁਹਾਡੀ, ਤੇ ਫਿਲਹਾਲ ਕਿੰਨੇ ਪੇਸ਼ੈਂਟਸ ਨੇ ਇੱਥੇ? ਅਜੇ ਤਾਂ ਦੇਖੋ ਕੱਲ ਹੀ ਸਟਾਰਟ ਹੋਇਆ, ਅਜੇ 10 ਦੇ ਕਰੀਬ ਪੇਸ਼ੈਂਟ ਅੰਦਰ ਹੈਗੇ ਆ। ਸੋ ਪੇਸ਼ੈਂਟ ਲਗਾਤਾਰ ਆ ਰਹੇ ਆ, ਉੱਥੇ ਆ ਕੇ ਉਹਨੂੰ ਚੈੱਕ ਕਰਕੇ ਅੰਦਰ ਬਕਾਇਦਾ ਭੇਜਿਆ ਜਾਂਦਾ ਹੈਗਾ। ਸੋ ਅਸੀਂ ਬਿਲਕੁਲ ਖੁੱਲਾ ਰੱਖਿਆ ਹੋਇਆ ਵੀ ਕੋਈ ਪੇਸ਼ੈਂਟ ਜਿਹਨੂੰ ਆਈਸੋਲੇਸ਼ਨ ਦੀ ਜ਼ਰੂਰਤ ਆ ਇੱਥੇ ਆ ਸਕਦਾ। ਅਸੀਂ ਉਹਦਾ ਬਿਲਕੁਲ ਟ੍ਰੀਟ ਕਰਾਂਗੇ ਸਾਰਾ ਕੁਝ। ਇਹਦੇ ਵਿੱਚ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹ ਰਿਹਾ ਸੀਗਾ ਸਰ ਕਿ 2 ਤਰ੍ਹਾਂ ਦੀਆਂ ਚੀਜ਼ਾਂ ਹੈ। ਇੱਕ ਕਹਿੰਦੇ ਪੇਸ਼ੈਂਟ ਜਿਨ੍ਹਾਂ ਨੂੰ ਗਵਰਨਮੈਂਟ ਜਿਹੜਾ ਇੰਸਟੀਟਿਊਸ਼ਨਲ ਆਈਸੋਲੇਸ਼ਨ ਦੇ ਵਿੱਚ ਲੈ ਕੇ ਜਾਂਦੇ ਨੇ, ਸਰਕਾਰੀ ਉਸ ਦੇ ਵਿੱਚ, ਇੱਕ ਕਹਿੰਦੇ ਹੋਮ ਆਈਸੋਲੇਸ਼ਨ 'ਚ। ਇਹ ਬੇਸਿਕਲੀ ਇੱਥੇ ਜਿਹੜਾ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਨੇ ਉਹਨਾਂ ਦੀ ਵਾਸਤੇ ਇਹ ਫੈਸਿਲਿਟੀ ਤੁਸੀਂ ਤਿਆਰ ਕੀਤੀ ਹੈ? ਮੈਂ ਇਹ ਸੋਚ ਕੇ ਹੀ ਫੈਸਿਲਿਟੀ ਸ਼ੁਰੂ ਕਰੀ ਸੀਗੀ ਵੀ ਲੋਕਾਂ ਕੋਲ ਹੋਮ ਆਈਸੋਲੇਸ਼ਨ ਦੀ ਜਗ੍ਹਾ ਹੀ ਨਹੀਂ ਹੈ। ਹਸਪੀਟਲਾਂ 'ਚ ਬੈੱਡ ਨਹੀਂ ਲੱਭ ਰਹੇ, ਕਿੱਥੇ ਜਾਏ ਵਿਚਾਰਾ? ਉਸ ਤੋਂ ਇਨਫੈਕਸ਼ਨ ਵੱਧ ਰਹੀ ਹੈ। ਮੰਨ ਲਓ ਇੱਕ ਝੋਪੜ ਪੱਟੀ 'ਚ ਪੇਸ਼ੈਂਟ ਆ ਗਿਆ, ਜਿਹਨੂੰ ਆਈਸੋਲੇਸ਼ਨ ਦੀ ਜਗ੍ਹਾ ਨਹੀਂ, ਉਹ ਆਪਣੀ ਝੋਪੜੀ 'ਚ ਰਹੂਗਾ। ਉੱਥੋਂ 5 ਨੂੰ ਹੋਊਗਾ, 5 ਤੋਂ 50 ਨੂੰ ਹੋਊਗਾ, ਸਾਰੀ ਆਬਾਦੀ ਨੂੰ ਹੋ ਜਾਣਾ। ਸੋ ਇੱਕ ਤਰ੍ਹਾਂ ਨਾਲ ਆਪਾਂ ਬਚਾਉਣਾ ਵੀ ਵੇ ਫੈਲੇ ਨਾ ਰੋਗ, ਉਹਦੇ ਵਾਸਤੇ ਆਈਸੋਲੇਸ਼ਨ ਸੈਂਟਰ ਆਪਾਂ ਬਣਾਇਆ ਸੀਗਾ। ਜਿਹੜੇ ਪੇਸ਼ੈਂਟ ਦਾ ਆਕਸੀਜਨ ਲੈਵਲ ਠੀਕ ਆ ਪਰ ਉਹ ਕਿਸੇ ਉਹਨਾਂ ਕੋਲ ਆਈਸੋਲੇਸ਼ਨ ਦੀ ਜਗ੍ਹਾ ਨਹੀਂ ਹੈ, ਇੱਥੇ ਆਈਸੋਲੇਟ ਵੀ ਹੋਊਗਾ, ਉਹਨਾਂ ਦਾ ਇਲਾਜ ਵੀ ਕਰਾਂਗੇ, ਉਹਨਾਂ ਦੀ ਦੇਖਭਾਲ ਵੀ ਕਰਾਂਗੇ, ਸਾਰਾ ਕੁਝ ਇੱਥੇ ਕਰਾਂਗੇ ਤਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਏ।
ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਨੀਸ਼ੀਏਟਿਵ ਲਿੱਤਾ ਹੈ, ਉਹ ਕੋਵਿਡ ਕੇਅਰ ਸੈਂਟਰਸ ਬਣਾ ਰਹੀਆਂ ਐਨਜੀਓਜ਼ ਉੱਥੇ। ਉਹਨਾਂ ਸੈਂਟਰਸ ਦੇ ਵਿੱਚ ਆਕਸੀਜਨ ਵੀ ਲੱਗ ਰਹੀ ਹੈ, ਸਾਰਾ ਕੁਝ ਆਕਸੀਜਨੇਟਿਡ ਬੈੱਡਸ ਲੱਗ ਰਹੇ ਨੇ। ਤੁਸੀਂ ਆਪਣੇ ਲੈਵਲ ਤੇ, ਜਿੱਦਾਂ ਤੁਸੀਂ ਕਿਹਾ ਕਿ ਆਕਸੀਜਨ ਨਹੀਂ ਤੁਹਾਨੂੰ ਉਹ ਦਿੱਤੀ ਗਈ, ਤੁਸੀਂ ਆਪਣੇ ਲੈਵਲ ਤੇ ਇਸ ਨੂੰ ਸਾਨੂੰ ਦੱਸੋ ਕਿ ਐਡਮਿਨਿਸਟ੍ਰੇਸ਼ਨ ਨੂੰ ਕਿੱਦਾਂ ਅਪਰੋਚ ਕੀਤਾ ਸੀਗਾ ਸਾਰੇ ਉਸ ਨੂੰ ਬੈਟਰ ਜਾਂ ਆਕਸੀਜਨ ਬੈੱਡਸ ਲਗਾਉਣ ਵਾਸਤੇ, ਤੇ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਰੈਸਿਪਰੋਕੇਟ ਕੀਤਾ ਗਿਆ ਸੀਗਾ, ਥੋੜਾ ਜਿਹਾ ਸਾਨੂੰ ਦੱਸੋ। ਦੇਖੋ, ਮੈਂ ਅੱਜ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ ਹੈਗੀਆਂ, ਪਰ ਮੈਨੂੰ ਅਫਸੋਸ ਜ਼ਰੂਰ ਹੈ। ਦੇਖੋ, ਮੈਂ 7 ਦਿਨ ਹੋ ਗਏ ਲਗਾਤਾਰ ਐਸਡੀਐਮ, ਏਡੀਸੀ, ਡੀਸੀ, ਸਿਵਲ ਸਰਜਨ, ਡਾਇਰੈਕਟਰ, ਸੈਕਟਰੀ ਸਾਰਿਆਂ ਨੂੰ ਰਿਕੁਐਸਟ ਕਰ ਲਈ। ਮੈਂ ਇੰਨੀ ਕੁ ਰਿਕੁਐਸਟ ਕਰੀ ਸੀਗੀ ਵੀ ਸਾਡਾ ਇਹ ਆਈਸੋਲੇਸ਼ਨ ਸੈਂਟਰ ਆ, ਸਾਨੂੰ ਤੁਸੀਂ ਸਿਰਫ 5-7 ਸਿਲੰਡਰ ਜਿਹੜੇ ਇੱਥੇ ਰੱਖਣੇ ਆ, ਉਹ ਸਾਨੂੰ ਫਿਲਿੰਗ ਦੀ ਪਰਮਿਸ਼ਨ ਕਿਸੇ ਇੰਡਸਟਰੀ ਨੂੰ ਦੇ ਦਿਓ, ਤਾਂ ਕਿ ਜੇ ਇੱਕਦਮ ਆਕਸੀਜਨ ਡ੍ਰੌਪ ਹੋ ਜੇ ਤਾਂ ਉਹਨੂੰ ਪੇਸ਼ੈਂਟ ਨੂੰ ਲਵਾਈ ਜਾਏ। ਤੇ ਅਫਸੋਸ ਆ ਕਿ ਮੈਨੂੰ ਕਿਸੇ ਨੇੜੇ ਦੀਆਂ ਸਟੇਟਾਂ 'ਚ ਕੋਈ ਸਿਫਾਰਸ਼ਾਂ ਕਰਵਾ ਕੇ ਇੱਥੇ ਪ੍ਰਬੰਧ ਕਰਨਾ ਪਿਆ, ਨਹੀਂ ਮਤਲਬ ਉਹ ਵੀ ਪ੍ਰੋਵਾਈਡ ਨਹੀਂ ਕਰ ਸਕੇ। ਔਰ ਮੈਂ ਬਾਰ-ਬਾਰ ਐਸਐਮਓ, ਸਿਵਲ ਸਰਜਨ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਸਾਡੀ ਹੈਲਪ ਦੀ ਲੋੜ ਆ, ਤੁਸੀਂ ਦੱਸੋ। ਕਿਸੇ ਨੇ ਚੱਕਰ ਵੀ ਨਹੀਂ ਮਾਰਿਆ, ਆ ਕੇ ਵੀ ਨਹੀਂ ਦੇਖਿਆ। ਮਤਲਬ ਇਸ ਤਰ੍ਹਾਂ ਦੀ ਪੋਜੀਸ਼ਨ ਆ। ਮੈਂ ਬਹੁਤਾ ਇਹਦੇ 'ਚ ਨਹੀਂ ਜਾਣਾ ਚਾਹੁੰਦਾ। ਮੈਂ ਫਿਰ ਕਹਿੰਦਾ ਵੀ ਮੰਤਰੀ ਜੀ, ਵੀ ਇਹ ਚੀਜ਼ਾਂ ਕੋਈ ਰਾਜਨੀਤਿਕ ਮਕਸਦ ਵਾਸਤੇ ਨਹੀਂ, ਲੋਕਾਂ ਦੀ ਸੇਵਾ ਵਾਸਤੇ ਬਣਾਈਆਂ। ਸਾਰਿਆਂ ਦਾ ਸਹਿਯੋਗ ਲਓ, ਸਾਰੀਆਂ ਐਨਜੀਓਜ਼ ਨੂੰ ਨਾਲ ਲੈ ਕੇ ਚਲੋ। ਜੇ ਚੰਡੀਗੜ੍ਹ 'ਚ ਲੈ ਸਕਦੇ ਆ, ਪੰਜਾਬ 'ਚ ਕਿਉਂ ਨਹੀਂ? ਉਪਰਾਲੇ ਨਹੀਂ ਹੈ ਉਧਰ ਨੂੰ। ਸਰਕਾਰੀ 40 ਵੈਂਟੀਲੇਟਰ ਪਈਆਂ ਮੋਹਾਲੀ 'ਚ, ਦੱਸੋ 3 ਬੰਦੇ ਰੱਖ ਕੇ ਫੰਕਸ਼ਨਲ ਨਹੀਂ ਕਰ ਸਕੇ। ਉਹਨਾਂ ਨੂੰ ਆਹ ਕਾਬਲੀਅਤ ਆ। ਚਲੋ, ਮੈਂ ਉਹਨਾਂ ਗੱਲਾਂ 'ਚ ਨਹੀਂ, ਰਾਜਨੀਤਿਕ ਗੱਲਾਂ ਫੇਰ ਕਰਾਂਗੇ, ਪਰ ਇਹ ਸੈਂਟਰ ਬਿਲਕੁਲ ਫ੍ਰੀ ਇਲਾਜ, ਫ੍ਰੀ ਖਾਣਾ, ਫ੍ਰੀ ਰਹਿਣਾ, ਟੋਟਲ ਅਸੀਂ ਸੇਵਾ ਭਾਵਨਾ ਨਾਲ ਕਰਿਆ। ਔਰ ਪ੍ਰਮਾਤਮਾ ਦਾ ਆਸ਼ੀਰਵਾਦ ਸਾਨੂੰ ਮਿਲ ਰਿਹਾ। ਬੜੀ ਆਰਗੇਨਾਈਜੇਸ਼ਨਾਂ, ਦੇਖੋ ਬ੍ਰਾਹਮਣ ਸਭਾ ਹੋ ਗਈ, ਸਾਵਿਤਰੀ ਚੈਰੀਟੇਬਲ ਟਰਸਟ ਹੋ ਗਿਆ, ਅਗਰਵਾਲ ਸਭਾ ਹੋ ਗਈ, ਫਿਰ ਬ੍ਰਿਗੇਡੀਅਰ ਬਰਾੜ ਸਾਹਿਬ ਉਹਨਾਂ ਨੇ ਸਾਡੀ ਮਦਦ ਕਰੀ। ਅੱਜ ਸਵੇਰੇ ਹੋਮ ਸਟੋਨ ਆ, ਉਹ ਸਾਡੀ ਹੈਲਪ ਕਰਕੇ ਗਏ। ਬਹੁਤ ਸਾਰੇ ਲੋਕ ਦਵਾਈਆਂ ਵੀ ਦੇ ਕੇ ਜਾ ਰਹੇ ਆ, ਕਿੱਟਾਂ ਵੀ ਦੇ ਕੇ ਜਾ ਰਹੇ ਆ। ਯਾਨੀ ਲੋਕਾਂ 'ਚ ਦਇਆ ਭਾਵਨਾ ਔਰ ਸੇਵਾ ਭਾਵਨਾ ਤਾਂ ਪੰਜਾਬ 'ਚ ਕੁੱਟ ਕੇ ਭਰੀ ਆ, ਪਰ ਕੋਈ ਲੈਣ ਵਾਲਾ ਹੋਏ ਨਾ ਜੀ। ਸੋ ਉਧਰ ਨੂੰ ਕੋਈ ਤੁਰ ਨਹੀਂ ਰਿਹਾ ਹੈਗਾ। ਸੋ ਚਾਹੀਦਾ ਸਾਰਿਆਂ ਦਾ ਸਹਿਯੋਗ ਲੈ ਕੇ ਆਪਾਂ ਇਸ ਬਿਮਾਰੀ ਦਾ ਟਾਕਰਾ ਕਰੀਏ। ਇੱਕ ਸਰ, ਮੈਂ ਪੁੱਛਣਾ ਚਾਹੁੰਦਾ ਸੀ ਕਿ ਕੋਵਿਡ ਇਹ ਜਿਹੜੀ ਹੈਗੀ ਬਿਮਾਰੀ ਬੜੀ ਕੰਟੇਜੀਅਸ ਹੈ, ਬਹੁਤ ਜ਼ਿਆਦਾ ਸਪੀਡ ਨਾਲ ਫੈਲਦੀ ਹੈ, ਤੇ ਉਸ ਨੂੰ ਲੈ ਕੇ ਇੱਥੇ ਸਾਰੇ ਉਸ ਦੇ ਵਿੱਚ ਕਿੱਦਾਂ ਉਹ ਕਰ ਰਹੇ ਹੋ, ਕੀ ਪ੍ਰੀਕਾਸ਼ਨਸ, ਕੋਵਿਡ ਪ੍ਰੋਟੋਕਾਲ ਦਾ ਤੁਸੀਂ ਬਿਲਕੁਲ ਠੀਕ ਆ। ਤਕਰੀਬਨ ਇੱਥੇ ਦੇਖੋ 60-70 ਬੰਦਾ ਕੰਮ ਕਰੂਗਾ ਇੱਥੇ, ਸਿੱਧੇ ਜਾਂ ਸਿੱਧੇ ਤੌਰ ਤੇ। ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ, ਸੀ ਆਪ ਵੀ ਪ੍ਰੋਟੈਕਟ ਹੋਣਾ। ਇਸ ਕਰਕੇ ਆ ਤਾਰਾਂ ਦੇਖੋ ਲਾਈ ਹੋਈਆਂ। ਇਸ ਤੋਂ ਇੱਧਰ ਜਾਣ ਦੀ ਕਿਸੇ ਨੂੰ ਵੀ ਪਰਮਿਸ਼ਨ ਨਹੀਂ। ਅਸੀਂ ਮੀਡੀਆ ਨੂੰ ਵੀ ਨਹੀਂ ਅੰਦਰ ਜਾਣ ਦਿੰਦੇ, ਕਿਉਂਕਿ ਉੱਧਰ ਮਰੀਜ਼ ਆ ਕੋਵਿਡ ਦੇ। ਅੱਗੇ ਵੀ ਦੇਖੋ ਸਾਰਾ ਲਾਇਆ ਹੋਇਆ ਹੈਗਾ। ਜਿਹੜੇ ਅਟੈਂਡੈਂਟ ਜਾਂ ਸੇਵਾ ਕਰਨ ਵਾਲੇ ਲੋਕ ਆ, ਇੱਧਰ ਹੀ ਰਹਿਣਗੇ। ਉਹ ਇੱਧਰ ਵੀ ਨਹੀਂ ਜਾ ਸਕਦੇ, ਉੱਧਰ ਵੀ ਨਹੀਂ ਜਾ ਸਕਦੇ। ਇੱਧਰ ਕੋਈ ਕਿੱਟ ਪਾ ਕੇ ਹੀ ਜਾਊਗਾ ਜਿਹੜਾ। ਉਸ ਤਰ੍ਹਾਂ ਦੇ ਅਸੀਂ ਜੋ ਹੁਣ ਡਾਕਟਰ ਸਾਹਿਬ ਗਾਈਡ ਕਰ ਰਹੇ ਆ, ਉਸ ਤਰ੍ਹਾਂ ਦੇ ਪ੍ਰੀਕਾਸ਼ਨ ਅਸੀਂ ਅਪਣਾ ਰਹੇ ਹੈਗੇ। ਸਾਡੇ ਨਾਲ ਜਿਹੜੇ ਡਾਕਟਰਸ ਦੀ ਟੀਮ ਆਈ ਹੈ, ਉਹਨਾਂ ਦੇ ਵੀ ਰਿਪਰੈਜ਼ੈਂਟੇਟਿਵ ਹੈਗੇ ਜੀ। ਕੀ ਨਾਂ ਤੁਹਾਡਾ ਜੀ? ਤੁਸੀਂ ਕਿਹੜੀ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਪਹਿਲੇ ਤਾਂ? ਮੇਰਾ ਨਾਮ ਆਚਾਰਿਆ ਮਨੀਸ਼ ਹੈਗਾ। ਜੀਨਾ ਸਿੱਖੋ ਦੇ ਨਾਮ ਤੋਂ ਸਾਡਾ ਜੀਨਾ ਸਿੱਖੋ ਫਾਊਂਡੇਸ਼ਨ ਹੈ। ਪੂਰੇ ਇੰਡੀਆ 'ਚ ਸਾਡੇ 160 ਕਲੀਨਿਕ ਹੈ, 2 ਸੁਪਰ ਸਪੈਸ਼ਲਿਟੀ ਹਸਪੀਟਲ ਹੈਗੇ ਆ। ਸਰ ਦਾ ਸਾਡੇ ਕੋਲ ਫੋਨ ਆਇਆ ਕਿ ਸਾਨੂੰ ਇਹ ਦਿੱਕਤ ਆਈ ਤੇ ਸਾਨੂੰ ਡਾਕਟਰਸ ਦੀ ਟੀਮ, ਨਰਸਿਸ ਟੀਮ ਤੇ ਪ੍ਰੋਪਰ ਡਾਈਟ ਚਾਹੀਦਾ। ਅਸੀਂ ਪੂਰਾ ਪ੍ਰੋਵਾਈਡ ਕਰਤਾ। ਸਾਡੀ ਪੂਰੀ ਕੋਸ਼ਿਸ਼ ਰਹੇਗੀ ਐਵੇਂ ਦਾ ਖਾਣਾ, ਐਵੇਂ ਦਾ ਹਿਸਾਬ ਕਿਤਾਬ, ਵੀ ਲੋਕਾਂ ਨੂੰ ਇੱਥੋਂ ਐਮਰਜੈਂਸੀ ਦੀ ਨੌਬਤ ਨਾ ਆਵੇ, ਲੋਕਾਂ ਦਾ ਇੱਕਦਮ ਆਕਸੀਜਨ ਲੈਵਲ ਡਾਊਨ ਨਾ ਹੋਵੇ, ਲੋਕਾਂ ਨੂੰ ਨਿਮੋਨੀਆ ਨਾ ਹੋਵੇ, ਕਿਉਂਕਿ ਨਿਮੋਨੀਆ ਕਰਕੇ ਹਸਪੀਟਲ ਐਡਮਿਟ ਹੋਣਾ ਪੜਦਾ ਹੈ। ਅਦਰਵਾਈਜ਼ ਸਿੰਪਲ ਕੋਰੋਨਾ ਤਾਂ ਪਰਹੇਜ਼ ਕਰਕੇ ਘਰੇ ਹੀ ਠੀਕ ਹੋ ਜਾਂਦਾ ਹੈ, ਲੇਕਿਨ ਲੋਕਾਂ ਨੂੰ ਦੂਜੇ ਨੂੰ ਇਨਫੈਕਸ਼ਨ ਤੋਂ ਬਚਾਉਣਾ ਹੈ। ਉਹ ਇੱਥੇ ਸਾਡੀ ਮੇਨ ਪ੍ਰੀਕਾਸ਼ਨ ਹੈ। ਮੇਨ ਡਾਈਟ, ਲਾਈਫ ਸਟਾਈਲ ਤੇ ਪ੍ਰੋਪਰ ਇੱਥੇ ਹਸਾਨਾ, ਲੋਕਾਂ ਨੂੰ ਬਿਜ਼ੀ ਰੱਖਣਾ, ਇਹ ਸਭ ਸਾਡੇ ਡਾਕਟਰਸ, ਨਰਸਿਸ ਪੂਰੇ ਟ੍ਰੇਨਡ ਨੇ। ਉਹ ਲੋਕਾਂ ਨੂੰ 2, 4, 5 ਦਿਨਾਂ 'ਚ ਠੀਕ ਕਰਕੇ, ਜਿਵੇਂ ਜਿਵੇਂ ਉਹ ਠੀਕ ਹੁੰਦੇ ਉਹਨਾਂ ਨੂੰ ਛੁੱਟੀ ਦਿੰਦੇ ਆਵਾਂਗੇ, ਨਵੇਂ ਲੋਕ ਆਉਂਦੇ ਰਹਿਣਗੇ। ਕਿਉਂਕਿ ਸਾਡਾ ਇੱਕ 50 ਬੈੱਡ ਦਾ ਆਲਰੇਡੀ ਚੰਡੀਗੜ੍ਹ ਦੇ ਅੰਦਰ 23 ਸੈਕਟਰ 13 ਮਿਸ਼ਨ ਦੇ ਨਾਲ ਸਾਡੇ ਡਾਕਟਰਸ ਦੀ ਟੀਮ ਹੀ ਲੋਕਾਂ ਨੂੰ 2-2-3 ਦਿਨ ਠੀਕ ਕਰੇ ਘਰੇ ਭੇਜ ਰਹੀ ਹੈ। ਸਾਡੀ 32 ਜੜੀ ਬੂਟੀਆਂ ਦੀ ਇੱਕ ਹਰਬਸ ਹੈਗੀਆਂ, ਜਿਹੜੀ ਅਸੀਂ ਲੋਕਾਂ ਨੂੰ ਪਵਾਉਂਦੇ ਹਾਂ ਗਰਮ, ਉਹਦੇ ਨਾਲ ਸਾਰਾ ਕਫ ਪਿਘਲਦਾ ਹੈ। ਬੁਖਾਰ ਉਹਨਾਂ ਵਾਸਤੇ ਸਾਡੇ ਕੋਲ ਇੱਕ ਵਿਸ਼ਰ ਰਸ ਨਾਮ ਦਾ ਆਯੁਰਵੈਦਿਕ ਪ੍ਰੋਡਕਟ ਹੈ, ਅਸੀਂ ਉਹ ਯੂਜ਼ ਕਰਦੇ ਹਾਂ। ਮਤਲਬ ਜੋ ਵੀ ਆਯੁਰਵੈਦਿਕ ਜਿੱਥੇ ਦਵਾਈਆਂ ਚਾਹੀਦੀਆਂ ਸਾਰੀ ਫ੍ਰੀ ਨੇ। ਖਾਣਾ ਸਰ ਦੀ ਤਰਫੋਂ ਪੂਰਾ ਰਹਿਣਾ, ਸਾਰਾ ਅਰੇਂਜਮੈਂਟ ਬਹੁਤ ਅੱਛਾ। ਸ਼ਰਮਾ ਜੀ ਦੇ ਥੈਂਕ ਯੂ ਹੈਗਾ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਵੀ ਇੱਥੇ ਸੇਵਾ 'ਚ ਸਹਿਯੋਗ ਦੇ ਸਕੀਏ ਜੀ। ਆਯੁਰਵੇਦਾ ਠੀਕ ਹੈ ਜੀ, ਇੱਕ ਪਾਰਟ ਹੈਗਾ ਉਸਦਾ, ਬਟ ਕੋਵਿਡ ਬੜੀ ਕੰਟੇਜੀਅਸ ਡਿਜ਼ੀਜ਼ ਹੈ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ਲੈ ਕੇ ਤੁਹਾਡੀ ਜਿਹੜੀ ਡਾਕਟਰਸ ਦੀ ਟੀਮ ਹੈ, ਨਰਸਿਸ ਦੀ ਟੀਮ ਹੈ, ਉਹਨੂੰ ਕਿੱਦਾਂ ਤੁਸੀਂ ਉਹ ਕਰ ਰਹੇ ਹੋ, ਟ੍ਰੇਨਡ ਕੀਤਾ ਹੈ ਤਾਂ ਕਿ ਇਹ ਕੋਵਿਡ ਤੋਂ ਉਹ ਆਪ ਵੀ ਬਚ ਸਕਣ
ਤੇ ਬਾਕੀ ਜਿਹੜੇ ਤੁਸੀਂ ਵੀ ਸਾਰੀ ਟੀਮ ਕੰਮ ਕਰ ਰਹੀ ਹੈ ਉਹ ਬਚ ਸਕਣ, ਉਹ ਥੋੜਾ ਜਿਹਾ ਸਾਨੂੰ ਦੱਸੋ, ਕਿਉਂਕਿ ਇਸ ਸਾਰਾ ਇੱਕ ਬਹੁਤ ਵੱਡਾ ਉਹ ਹੈ ਕਿ ਕੰਟੇਜੀਅਸ ਡਿਜ਼ੀਜ਼ ਬਹੁਤ ਜ਼ਿਆਦਾ ਹੈ। ਦੇਖੋ ਕੋਰੋਨਾ ਕੰਟੇਜੀਅਸ ਡਿਜ਼ੀਜ਼ ਹੈ ਲੇਕਿਨ ਮਾਰਦਾ ਨਹੀਂਗਾ। ਮਰਦਾ ਇਨਸਾਨ ਆਪਣੀ ਗਲਤੀਆਂ ਨਾਲ ਹੈ, ਗਲਤ ਟ੍ਰੀਟਮੈਂਟ ਨਾਲ ਹੈ ਤੇ ਗਲਤ ਤਰੀਕੇ ਦੇ ਡਰ ਨਾਲ ਹੈ। ਜਿਹੜਾ ਫੀਅਰ ਹੈ ਨਾ, ਸਟ੍ਰੈਸ ਹੈ, ਉਹਦੇ ਨਾਲ ਕੋਰਟੀਸੋਲ ਨਾਮ ਦਾ ਹਾਰਮੋਨ ਵੱਧਦਾ ਸਾਡੀ ਬਾਡੀ ਦੇ ਅੰਦਰ। ਲੇਕਿਨ ਇਨਸਾਨ ਅਗਰ ਖੁਸ਼ ਰਹੇ, ਮਨ ਨੂੰ ਸਵਸਥ ਰੱਖੇ ਤਾਂ ਤਨ ਸਵਸਥ ਹੁੰਦਾ ਹੈ। ਅਸੀਂ ਡਾਕਟਰਾਂ ਨੂੰ ਵੀ ਪੂਰੀ ਟ੍ਰੇਨਿੰਗ ਦਿੰਦੇ ਹਾਂ। ਸਾਡੇ ਆਯੁਰਵੇਦ ਦੇ ਅੰਦਰ 2500 ਸਾਲ ਪਹਿਲੇ ਚਰਕ ਰਿਸ਼ੀ ਨੇ ਇੱਕ ਸ਼ਲੋਕ ਲਿਖਿਆ ਸੀ, ਲੰਘਨ ਪਰਮ ਔਸ਼ਧਮ, ਕਿ ਜਦੋਂ ਵੀ ਕੋਈ ਕੰਟੇਜੀਅਸ ਡਿਜ਼ੀਜ਼ ਫੈਲੇ ਦੁਨੀਆ ਵਿੱਚ ਉਦੋਂ ਲੰਘਨ ਤੇ ਚਲੇ ਜਾਓ, ਉਪਵਾਸ ਵਾਲਾ ਭੋਜਨ ਖਾਓ, ਲਾਈਟ ਭੋਜਨ ਖਾਓ, ਜਿਵੇਂ ਨਾਰੀਅਲ ਪਾਣੀ, ਸੰਤਰੇ ਦਾ ਜੂਸ, ਮੌਸਮੀ ਦਾ ਜੂਸ ਜਾਂ ਫਰੂਟ ਸੈਲਡ, ਇਹੀ ਚੀਜ਼ਾਂ ਦਿੰਦੇ ਆ ਅਸੀਂ। ਇੱਥੇ ਦੁੱਧ ਦੀ ਬਣੀ ਚੀਜ਼ਾਂ, ਹੈਵੀ ਚੀਜ਼ਾਂ ਦਿੰਦੇ ਹੀ ਨਹੀਂ, ਜਿਹਦੇ ਨਾਲ ਇਨਫੈਕਸ਼ਨ ਅਗਰ ਬੋਡੀ 'ਚ ਆ ਵੀ ਜਾਏਗਾ ਨਾ, ਬੋਡੀ ਉਹਨੂੰ ਖੁਦ ਹੀ ਹਰਾ ਦੇਗੀ। ਅਸੀਂ ਬੋਡੀ 'ਚ ਇਨਫੈਕਸ਼ਨ ਨੂੰ ਵਧਣ ਦਾ ਮੌਕਾ ਹੀ ਨਹੀਂ ਦਿੰਦੇ। ਬਾਕੀ ਪ੍ਰੀਕਾਸ਼ਨਸ ਪੂਰੀ ਯੂਜ਼ ਕਰਦੇ ਆ, ਆਪਣਾ ਮੈਂਟਲ ਸਿਸਟਮ ਨੂੰ ਪ੍ਰੋਪਰ ਮੈਡੀਟੇਸ਼ਨ ਤੇ ਯੋਗਾ ਨਾਲ ਸਟਰੋਂਗ ਰੱਖਦੇ ਆ। ਲੋਕਾਂ ਵਾਸਤੇ ਲਾਫਟਰ ਥੈਰੇਪੀ ਸੈਸ਼ਨਸ ਹੋਣਗੇ ਇੱਥੇ। ਅਸੀਂ ਸਾਰਾ ਕੁਝ ਕਰਾਂਗੇ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਲੋਕਾਂ ਨੂੰ ਸਵਸਥ ਕਰਨ ਵਾਸਤੇ, ਜੋ ਵੀ ਸਾਡੇ ਕੋਲ ਆਯੁਰਵੇਦ ਦੀ ਮਦਦ ਹੋ ਸਕੇਗੀ। ਲੋਕੀ ਕਿੱਦਾਂ ਤੁਹਾਡੇ ਕੋਲ ਆ ਰਹੇ ਨੇ? ਕੀ ਤੁਸੀਂ ਮੋਡ ਰੱਖਿਆ ਹੈ, ਤਰੀਕਾ ਹੈ ਕਿ ਤੁਹਾਨੂੰ ਲੋਕੀ ਜਿਹੜੇ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਨੇ ਉਹ ਤੁਹਾਨੂੰ ਅਪਰੋਚ ਕਰ ਸਕਣ ਇੱਥੇ ਆਉਣ ਵਾਸਤੇ? ਦੇਖੋ ਮਾਰਕੀਟ ਵਿੱਚ ਨਾ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਆਪਣੇ ਆਪ ਹੀ ਸਾਡੇ ਨੰਬਰ ਸਰਕੂਲੇਟ ਕਰਤੇ, ਤੇ ਜਿਵੇਂ ਹੀ ਸਾਨੂੰ ਕਿਸੇ ਦਾ ਫੋਨ ਆਂਦਾ ਹੈ, ਅਗਰ ਉਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ, ਅਗਰ ਉਹਦੀ 80 ਆਕਸੀਜਨ ਜਾ ਰਹੀ ਹੈ, ਅਸੀਂ ਉਹਨੂੰ ਚੰਡੀਗੜ੍ਹ ਕੋਵਿਡ ਕੇਅਰ ਸੈਂਟਰ ਭੇਜ ਦਿੰਦੇ ਹਾਂ 23 ਸੈਕਟਰ ਵਾਲੇ ਨੂੰ। ਜਿਹਨੂੰ ਆਈਸੋਲੇਸ਼ਨ ਦੀ ਲੋੜ ਹੈ, ਜਿਹਨੂੰ ਲੱਗਦਾ ਹੈ ਕਿ ਅਜੇ ਆਕਸੀਜਨ ਦੀ ਲੋੜ ਨਹੀਂ ਪਏਗੀ, ਉਹਨੂੰ ਅਸੀਂ ਇੱਥੇ ਭਰਤੀ ਕਰ ਲੈਂਦੇ ਹਾਂ। ਇਹਦੇ ਇਲਾਵਾ ਸਰ ਦੇ ਨਾਲ ਮਿਲ ਕੇ ਡੇਰਾ ਬੱਸੀ ਇੱਕ 50 ਬੈੱਡ ਦਾ ਹਸਪੀਟਲ ਹੋਰ ਰੈਡੀ ਕਰ ਲਿਆ ਹੋਇਆ ਹੈ, ਜਿੱਥੇ ਆਕਸੀਜਨ ਫੈਸਿਲਿਟੀ ਵੀ ਅਵੇਲੇਬਲ ਹੈਗੀ ਹੈ। ਅਗਰ ਕਿਸੇ ਨੂੰ ਨੌਬਤ ਆਏਗੀ ਵੀ 1% ਸਾਡੇ ਕੋਲ ਐਂਬੂਲੈਂਸ ਵੀ ਇੱਥੇ ਹੈਗੀ ਹੈ ਤੇ ਹਸਪੀਟਲ ਪਹੁੰਚਾਉਣ ਦਾ ਇੰਤਜ਼ਾਮ ਵੀ ਇੱਥੇ ਹੈਗਾ। ਉੱਥੇ ਵੀ ਡਾਕਟਰ ਦੀ ਟੀਮ ਹੈਗੀ ਹੈ, ਉਹ ਵੀ ਸਰ ਦੇ ਇਲਾਕੇ ਦੇ ਅੰਡਰ ਹੈਗਾ, ਉਹ ਵੀ ਬਿਲਕੁਲ ਫ੍ਰੀ ਹੈ। ਉੱਥੇ ਵੀ ਰਹਿਣਾ, ਖਾਣਾ ਪੀਣਾ ਕੋਈ ਪੈਸਾ ਨਹੀਂ ਲੈ ਰਿਹਾ ਸੀ। ਇਹ ਤਾਂ ਸੇਵਾ ਦਾ ਟਾਈਮ ਹੈ ਪੰਜਾਬੀਆਂ ਤੇ ਆਪਣੇ ਵਾਸਤੇ, ਪੰਜਾਬ ਵਾਸਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕੀਏ, ਤੇ ਅਸੀਂ ਦਵਾਈਆਂ ਵੀ, ਖਾਣਾ ਪੀਣਾ ਵੀ, ਜੋ ਕੁਝ ਸਾਡੇ ਕੋਲ ਹੋ ਸਕੇਗਾ ਸਾਰਾ ਕੁਝ ਕਰ ਰਹੇ ਹਾਂ ਅਸੀਂ। ਫਿਲਹਾਲ ਕਿੰਨੇ ਪੇਸ਼ੈਂਟਸ ਨੇ ਤੇ ਟੋਟਲ ਕੈਪੈਸਿਟੀ ਕਿੰਨੀ ਹੈ ਇਸ ਆਈਸੋਲੇਸ਼ਨ ਸੈਂਟਰ ਦੀ? ਦੇਖੋ ਜਿਹੜਾ ਜਿੱਥੇ ਆਪਾਂ ਖੜੇ ਆ NK ਸ਼ਰਮਾ ਜੀ ਦੇ ਫਾਰਮ ਹਾਊਸ ਤੇ 100 ਬੈੱਡ ਦਾ ਆਈਸੋਲੇਸ਼ਨ ਸੈਂਟਰ ਹੈਗਾ, ਪਲੱਸ ਜਿਹੜਾ ਚੰਡੀਗੜ੍ਹ ਵਾਲਾ 13 ਹੀ 13 ਹੈਗਾ, ਉੱਥੇ 50 ਬੈੱਡ ਪ੍ਰੋਪਰ ਆਕਸੀਜਨ ਦੇ 40 ਬੈੱਡ ਹੈਗੇ ਆ। ਜਿਹੜਾ ਵੀ ਬੰਦਾ ਆਕਸੀਜਨ ਵਾਲੀ ਲੋੜ ਵਾਲਾ ਆ ਰਿਹਾ ਉਹਨੂੰ ਉੱਥੇ ਸ਼ਿਫਟ ਕਰ ਰਹੇ ਆ, ਤੇ 2-3 ਦਿਨ ਦੇ ਆਯੁਰਵੇਦ ਦੀ ਦਵਾਈਆਂ ਨਾਲ ਉਹਨਾਂ ਨੂੰ ਫ੍ਰੀ ਕਰਕੇ, ਗਰਮ ਪਾਣੀ ਦੇ ਕੇ, ਰੋਟੀਆਂ ਸੈੱਟ ਕਰਕੇ ਉਹਨਾਂ ਨੂੰ ਛੁੱਟੀ ਕਰਾ ਰਹੇ ਆ। ਤੇ ਇੱਥੇ ਤੇ ਉੱਥੇ ਦੋਨੋਂ ਜਗ੍ਹਾ ਸਾਡੀ ਪੂਰੀ ਟੀਮ ਲੱਗੀ ਹੋਈ ਹੈ ਲੋਕਾਂ ਦੀ ਮਦਦ ਕਰਨ ਵਾਸਤੇ। ਤੁਹਾਨੂੰ ਦਿਖਾ ਰਹੇ ਹਨ ਕਿ ਇਹ ਫੈਸਿਲਿਟੀ ਹੈ, ਇੱਕ ਫਾਰਮ ਹਾਊਸ ਹੈ ਬੇਸਿਕਲੀ। ਇਸ ਨੂੰ ਆਈਸੋਲੇਸ਼ਨ ਸੈਂਟਰ ਦੇ ਵਿੱਚ ਕਨਵਰਟ ਕੀਤਾ ਗਿਆ ਜੀਰਕਪੁਰ ਦੇ ਵਿੱਚ। ਵਿਧਾਇਕ ਨੇ NK ਸ਼ਰਮਾ, ਉਹਨਾਂ ਦਾ ਇਹ ਸ਼੍ਰੋਮਣੀ ਅਕਾਲੀ ਦਲ ਦੇ MLA ਨੇ ਬੇਸਿਕਲੀ, ਉਹਨਾਂ ਦਾ ਇਹ ਫਾਰਮ ਹਾਊਸ ਹੈ, ਉਸ ਨੂੰ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਦੇ ਵਿੱਚ ਕਨਵਰਟ ਕੀਤਾ ਗਿਆ ਹੈ। ਹਾਂ, ਇੱਥੇ ਜਿਹੜੇ ਹੋਮ ਆਈਸੋਲੇਸ਼ਨ ਦੇ ਵਿੱਚ ਪੇਸ਼ੈਂਟਸ ਰੱਖੇ ਗਏ ਨੇ ਤੇ ਉਹਨਾਂ ਕੋਲ ਹੋਮ ਆਈਸੋਲੇਸ਼ਨ ਦੇ ਵਿੱਚ ਰਹਿਣ ਦੀ ਫੈਸਿਲਿਟੀ ਹੈ ਨਹੀਂ, ਉਹਨਾਂ ਨੂੰ ਲਿਆਂਦਾ ਜਾ ਰਿਹਾ। ਸੋਸ਼ਲ ਮੀਡੀਆ ਤੇ ਨੰਬਰ ਸਰਕੂਲੇਟ ਕੀਤੇ ਗਏ ਹਨ ਜਿਸ ਦੇ ਜ਼ਰੀਏ ਉਹ ਕੰਟੈਕਟ ਕਰ ਰਹੇ ਨੇ ਇਹਨਾਂ ਦੀ ਟੀਮ ਨੂੰ, ਤੇ ਇੱਥੇ ਉਹ ਹੋਮ ਆਈਸੋਲੇਸ਼ਨ ਤੋਂ ਉਹਨਾਂ ਨੂੰ ਲਿਆ ਕੇ ਇੱਥੇ ਰੱਖਿਆ ਜਾ ਰਿਹਾ, ਜਿੱਥੇ ਡਾਕਟਰਸ, ਇੱਥੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਐਂਬੂਲੈਂਸਿਸ ਵੀ ਇਹਨਾਂ ਵੱਲੋਂ ਡਿਪਿਊਟ ਕੀਤੀਆਂ ਗਈਆਂ। 2 ਐਂਬੂਲੈਂਸਿਸ ਇੱਥੇ ਹੈ ਤੇ 2 ਐਂਬੂਲੈਂਸਿਸ ਹੈ ਇਨ ਕੇਸ ਕਿਸੇ ਪੇਸ਼ੈਂਟ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ, ਬਿਕੋਜ਼ ਇੱਥੇ ਆਕਸੀਜਨ ਅਵੇਲੇਬਲ ਨਹੀਂ ਹੈ ਇਸ ਆਈਸੋਲੇਸ਼ਨ ਸੈਂਟਰ ਤੇ ਅਗਰ ਕਿਸੇ ਨੂੰ ਕਿਸੇ ਹੋਰ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਤੇ ਉਸ ਪੇਸ਼ੈਂਟ ਨੂੰ ਇਹਨਾਂ ਐਂਬੂਲੈਂਸਿਸ ਦੇ ਵਿੱਚ ਦੂਜੇ ਕੋਵਿਡ ਕੇਅਰ ਸੈਂਟਰ ਜਾਂ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ। ਤੇ ਅੰਦਰ ਜਿਹੜੇ ਡਾਕਟਰਸ ਨੇ ਉਹ ਬਾਕਾਇਦਾ ਪ੍ਰੋਪਰ PPE ਕਿਟਸ ਪਾ ਕੇ, ਟੋਟਲ ਪ੍ਰੀਕਾਸ਼ਨਸ ਲੈ ਕੇ, ਜੋ ਹੁੰਦੀਆਂ ਇਸ ਸਾਰੇ ਕੋਵਿਡ ਪ੍ਰੋਟੋਕੋਲ ਦੇ ਤਹਿਤ ਇਹ ਕੋਵਿਡ ਆਈਸੋਲੇਸ਼ਨ ਸੈਂਟਰ ਫਿਲਹਾਲ ਸ਼ੁਰੂ ਕਰ ਦਿੱਤਾ ਗਿਆ। ਆ ਤੁਸੀਂ ਦੇਖ ਸਕਦੇ ਹੋ ਇੱਥੇ ਟੇਬਲ ਡਾਕਟਰਸ ਨੇ ਲਗਾਇਆ ਹੋਇਆ, ਇੱਥੇ ਇਸ ਦੇ ਵਿੱਚ PPE ਕਿਟਸ ਰੱਖੀਆਂ ਗਈਆਂ ਨੇ, ਸੈਨੀਟਾਈਜ਼ਰ ਹੈ, ਗਲਵਜ਼ ਹੈ, ਤੇ ਡਾਕਟਰਸ ਇੱਥੇ ਹੀ ਆਪਣੀ PPE ਕਿਟ ਤੇ ਉਸਨੂੰ ਚੇਂਜ ਕਰਦੇ ਹਨ। ਤੁਸੀਂ ਦੇਖ ਸਕਦੇ ਹੋ ਇਹ ਸਾਰਾ। ਤੇ ਫਿਲਹਾਲ ਇਹ ਆਈਸੋਲੇਸ਼ਨ ਸੈਂਟਰ 100 ਬੈਡਡ ਆਈਸੋਲੇਸ਼ਨ ਸੈਂਟਰ ਜ਼ੀਰਕਪੁਰ ਦੇ ਵਿੱਚ ਸ਼ੁਰੂ ਹੋਇਆ ਹੈ। ਇਸ ਤਰੀਕੇ ਨਾਲ ਹੀ ਕੋਵਿਡ ਦੇ ਨਾਲ ਲੜਾਈ ਜਿਹੜੀ ਹੈ ਉਹ ਸਮਾਜ ਦੇ ਵੱਖ-ਵੱਖ ਤਬਕੇ ਦੇ ਲੋਕ ਇਸ ਨੂੰ ਲੜਨ ਵਾਸਤੇ ਅੱਗੇ ਆ ਰਹੇ ਹਨ। ਬੇਸ਼ੱਕ ਨੰਬਰ ਆਫ ਕੇਸ ਲੋਡ ਡੇਲੀ ਵੱਧ ਰਿਹਾ, ਬਟ ਸੋਸਾਇਟੀ ਦੇ ਡਿਫਰੈਂਟ ਸੈਕਸ਼ਨਸ ਆਫ ਸੋਸਾਇਟੀ ਅੱਗੇ ਆ ਰਹੇ ਹਨ ਇਸ ਲੜਾਈ ਦੇ ਵਿੱਚ, ਤਾਂ ਕਿ
ਕੋਵਿਡ ਦੇ ਸਪਰੈਡ ਉੱਤੇ ਚੈੱਕ ਲਾਇਆ ਜਾ ਸਕੇ। ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਦੇ ਵਿੱਚ ਵੱਖ-ਵੱਖ ਤਬਕੇ ਸੋਸਾਇਟੀ ਦੇ ਕੰਟਰੀਬਿਊਟ ਕਰ ਰਹੇ ਹਨ। ਇਸ ਵਕਤ ਅਸੀਂ ਜ਼ੀਰਕਪੁਰ ਦੇ ਵਿੱਚ ਖੜੇ ਹਨ, ਜਿੱਥੇ ਇਹ ਕੋਵਿਡ ਪੇਸ਼ੈਂਟਸ ਵਾਸਤੇ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ। NK ਸ਼ਰਮਾ ਜਿਹੜੇ MLA ਡੇਰਾ ਬੱਸੀ ਦੇ, ਉਹਨਾਂ ਵੱਲੋਂ ਇਹ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ। ਡਾਕਟਰਸ ਜਿਹੜੇ ਇੱਥੇ ਡਿਊਟੀ ਦੇ ਰਹੇ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ, ਸਮਝਣ ਦੀ ਕੋशिश ਕਰਾਂगे कि ये आइसोलेशन सेंटर कितना काम कर रहे हैं आप। हाँ जी डॉक्टर साहब, क्या नाम है आपका? मेरा नाम डॉक्टर श्वेता है। तो आप कौन सी ऑर्गेनाइजेशन को रिप्रेजेंट करते हैं? मैं एक्चुअली आचार्य मनीष जी की आयुर्वेदिक ऑर्गेनाइजेशन है जीना सीखो के नाम से, मैं एक्चुअली उनके साथ वर्किंग हूँ। तो उन्हीं की ओर से हमारी फ्री ड्यूटीज यहाँ पे लगाई हुई हैं कोविड सेंटर में। जो भी पेशेंट्स वगैरह हैं उनका चेकअप, उनकी डाइट, वो सारी चीज़ें मैनेज करने के लिए। यहाँ अभी कोविड पेशेंट्स आ रहे हैं, 10 पेशेंट्स हैं अभी, तो आप कैसे कोविड प्रोटोकॉल जो हैं, क्योंकि हाईली कंटेजियस डिजीज है, कैसे इसको फॉलो कर रहे हैं कोविड प्रोटोकॉल्स को? देखो, कोविड प्रोटोकॉल तो अलग अलग होती हैं, हर किसी का अपने अपने लेवल के हिसाब से जो जो पेशेंट आते हैं उनके अकॉर्डिंग ये डिफरेंट प्रोटोकॉल होती है मेडिसिन की। तो ट्रीटमेंट के बारे में अगर बात की जाए तो हमारे पास दोनों तरह के ट्रीटमेंट हैं, इंजेक्टिवल्स भी चल रहे हैं, प्लस हम आयुर्वेदिक ट्रीटमेंट भी पेशेंट को दे रहे हैं। दोनों तरह के ट्रीटमेंट हम पेशेंट को प्रोवाइड करवा रहे हैं यहाँ पर। मिक्सचर आप कह सकते हैं, दोनों चीज़ों का कॉम्बिनेशन। मतलब इसमें हम ये समझ सकते हैं कि आयुर्वेदिक और जो एलोपैथिक है उसका मिक्सचर है। मिक्सचर हम दे रहे हैं, दोनों चीजें जी। तो अंदर हमें समझाएंगे आपकी कैसे कौन से लेवल के पेशेंट्स आपके पास आ रहे हैं यहाँ, है ना? होम आइसोलेशन वाले मोस्टली आ रहे हैं, और कैसे आप मतलब अगर कोई क्रिटिकल हो जाता है या इन केस किसी और उसकी जरूरत पड़ती है, कैसे मैनेज कैसे कर रहे हैं सारे उसको? ओके, तो पहली बात मैं आपको ये बता दूं, ये जो हमारा फ्री आइसोलेशन कोविड जीरकपुर में जो सेटअप है, इसमें हम जो पेशेंट ले रहे हैं वो हैं L1 यानी कि लेवल 1 पे, जिनको सिर्फ और सिर्फ ऑक्सीजन की नीड है, नो वेंटिलेशन। क्लियर? तो बाकी अगर जो भी हमारे पास पेशेंट वैसे जो आए हैं वो अभी तक तो ठीक हैं, अभी तो वो रूम एयर पे हैं। इन केस किसी को ज़रूरत पड़ती है तो ऑक्सीजन की सप्लाई हमारे पास है। बाकी इसके बाद अगर ऊपर कोई पेशेंट जाता है, अभी तक गया तो नहीं है, हमारी पहली प्रेफरेंस यही है कि हमारे पेशेंट यहीं से ठीक होके उनका सैचुरेशन जो लेवल है नॉर्मल हो जाए और वो फ्रीली अपने घर चले जाएं। लेवल 2 और लेवल 3 तक हमारे पेशेंट ना जाए, हमारी कोशिश यही है यहाँ पर। तो यहाँ बेसिकली ऑक्सीजन की फैसिलिटी भी है? हाँ जी, ये एक्चुअल में ऑक्सीजन सेंटर ही है। ऑक्सीजन की फैसिलिटी, जिनको लगता है कि सिर्फ सैचुरेशन की प्रॉब्लम है, वो वाले पेशेंट लेवल 1 के हम यहाँ पर एडमिट कर रहे हैं। सैचुरेशन लेवल कैसे आप देख रहे हैं इसको? किस सैचुरेशन लेवल के पेशेंट्स यहाँ आप ला रहे हैं? देखो, सैचुरेशन लेवल तो हर एक ह्यूमन बीइंग का डिफरेंट रहता है। अगर हम आपका इनका किसी का भी चेक करेंगे तो वो सबका अलग अलग रहता है। डिपेंड करता है कि पेशेंट पैनिक तो नहीं है ज्यादा, क्योंकि पैनिक कंडीशन जब सिचुएशन क्रिएट हो जाती है तो ऑटोमेटिकली हम लोग भी घबरा जाते हैं, कोई भी घबरा सकता है, तो वो सैचुरेशन लेवल जो है डाउन भी चला जाता है। बाकी सेकेंडली डिपेंड करता है कि हमारे जो पेशेंट है उसके साथ उनको कोई और डिजीज तो नहीं है, कोई शुगर, BP, थायराइड, या पहले से कोई अस्थमेटिक पेशेंट तो नहीं है, क्योंकि उनका सैचुरेशन तो पहले से ही फ्लक्चुएट कर रहा होता है। तो वो सारी चीजें देख के जान के फिर हम आगे पेशेंट को यहाँ पे एडमिट करते हैं। ਹੋਰ ਡਾਕਟਰਸ ਵੀ ਨੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕਰਾਂਗੇ, ਆਪਾਂ ਸਮਝਣ ਦੀ ਕੋशिश करेंगे। डॉक्टर साहब, पहले तो अपना नाम बताएंगे, क्या है आपका? मैं डॉक्टर सागर जोशी and I have did my MBBS from PIMS Jalandhar, and I also worked in the COVID setup in sector 16 GMSH 16 in the last 1 year, and I have been promoted as a medical officer here to serve our patient, and we have almost 10 patient right now, and इससे भी ज़्यादा हम रखेंगे अभी अपने पास पेशेंट। हमारे पास 100 बेडेड फैसिलिटीज है यहाँ पे। अंदर क्या क्या फैसिलिटीज पेशेंट्स को दे रहे हैं उसका थोड़ा सा बताएंगे हमें? बिल्कुल। सबसे पहले तो हम पेशेंट को एडमिशन के टाइम पर ही स्क्रीन कर रहे हैं। अगर हमारे पास वो फैसिलिटी है कि हम पेशेंट को मैनेज कर सकते हैं, तभी ही हम उनको एडमिट कर रहे हैं, वरना अर्जेंट रेफरल टू हॉस्पिटल, टू हायर सेंटर है। बेसिकली ये लेवल 1 सेंटर बनाया गया है। यहाँ पे बेसिकली हम सिर्फ ऑक्सीजन मेंटेन कर सकते हैं पेशेंट की, माइल्ड, जिनको 2, 4, 6 लीटर तक की रिक्वायरमेंट है ऑक्सीजन की। इससे ज़्यादा की जिसको रिक्वायरमेंट है ऑक्सीजन की, उनको अर्जेंट रेफरल टू द टर्शरी केयर सेंटर, जैसे जितने अपने मोहाली में हॉस्पिटल्स हैं, 6 फेज मोहाली का हो गया, ज्ञान सागर हो गया, यहाँ पे प्राइवेट हॉस्पिटल्स भी हैं, तो हम उनको जैसे जैसे पेशेंट का इकोनॉमिक स्टेटस है उस अकॉर्डिंग उनको हम रेफर कर रहे हैं। जो अफोर्ड कर सकते हैं उनको प्राइवेट में,
जो अफोर्ड नहीं कर सकते, इकोनॉमिक स्टेटस उनका वीक है, तो उनको हम गवर्नमेंट में रेफर कर रहे हैं। ऑक्सीजन का थोड़ा हमें बताओ, आपने इसमें बताया हमें कि अभी जो माइल्ड ऑक्सीजन की जिनको जरूरत होती है, इसमें थोड़ा सा फर्क हमें बताएंगे, क्योंकि हमारी पहले बात हो रही थी तो कि ऑक्सीजन की यहाँ मिली नहीं है बेसिकली फैसिलिटी, ये कहा जा रहा है, तो वो क्या डिफरेंस है माइल्ड ऑक्सीजन लेवल में, और आप कह रहे हैं कि अगर ज्यादा की जरूरत है तो फिर आप किसी और सेंटर में भेजते हैं? बिल्कुल सर, बिल्कुल। एक्चुअली जो कोरोना में 3 लेवल बनाए गए हैं, बेसिकली लेवल 1, 2, 3, इट डिपेंड्स अपॉन द SpO2 लेवल। SpO2 मतलब सेचुरेशन कितना है उसका ऑक्सीजन का। जो 94 से ऊपर हैं उनको हम होम आइसोलेशन में कहते हैं कि होम आइसोलेट हो जाइए। हमने बेसिकली जो ये सेंटर खोला था, जो हमारा पर्पस था इस सेंटर को खोलने का, वो हमारा होम आइसोलेशन पेशेंट को रखने का था। जैसे हमारे जीरकपुर में 1 रूम सेट बहुत लोगों के हैं, उसी रूम में 4 लोग रहते हैं, 3 नेगेटिव है, 1 पॉजिटिव है। वो 1 पॉजिटिव 3 को पॉजिटिव ना बना दे, तो वो 1 पॉजिटिव बंदे को हम अपने पास रख ले, ये पर्पस से हमने ये आइसोलेशन सेंटर खोला था। लेकिन अब हमारे पास ऑक्सीजन सप्लाई भी है, थोड़े सिलेंडर के इशू हैं, आपको पता है कि शॉर्टेज है, तो हम इतने हाई लेवल जिनको ऑक्सीजन प्रोवाइड कराना है उनको हम अभी ये फैसिलिटी नहीं दे पा रहे हैं कि अपने सेंटर में रख लें, क्योंकि हाई लेवल ऑक्सीजन सप्लाई के लिए सिलेंडर की पीछे से रिक्वायरमेंट आनी है, मतलब सप्लाई आनी बहुत जरूरी है। क्योंकि आपको पता है अगर हाई ऑक्सीजन लेवल किसी पेशेंट को चाहिए तो ऑक्सीजन कंजम्पशन भी ज्यादा होगी, ऑक्सीजन कंजम्पशन ज्यादा होगी तो पीछे से सप्लाई भी उस हिसाब से हमारे को आनी चाहिए। बेसिकली हमने सिलेंडर यहाँ रखे हैं, वो अब इसलिए रखे हैं, जो होम आइसोलेशन के लिए पेशेंट हमारे पास आए थे, यहाँ पे रहने के लिए आए हैं, अगर इन केस उनको ऑक्सीजन की जरूरत पड़ती है, उनको हमें ऑक्सीजन पे डालना पड़ता है, तो हम उनको ऑक्सीजन प्रोवाइड कर सके, नंबर 1। नंबर 2, अगर उनको हायर सेंटर पे भेजना है, हमारे पास नहीं मैनेज हो पा रहा है, तो उनको एम्बुलेंस में भी ऑक्सीजन चाहिए, तो उसके लिए भी हमारे को ऑक्सीजन एक रिजर्व सिलेंडर रखना पड़ेगा। हमारे पास 2 एम्बुलेंस है, हर दोनों के लिए 1-1 सिलेंडर हमें बैकअप में रखना पड़ेगा। मींस 4 सिलेंडर तो हमारे वहीं हो गए हैं, एक तरह से ऑक्यूपाइड हो गए 4 सिलेंडर, 2 लगे होंगे एम्बुलेंस में, 1-1 उनका बैकअप रहेगा, तो 4 सिलेंडर हमारे वहाँ ऑक्यूपाई हो गए हैं। अभी हमारे पास 8 बेड फंक्शनल हैं ऑक्सीजन वाले। हम ऑक्सीजन, अब मैं आपको बता रहा था कि SpO2 लेवल के बेसिस पे कैसे हम इसको लेवल 1, 2, 3 को डिसाइड करें, ताकि पब्लिक एकदम से हड़बड़ाए नहीं और सही जगह जाए, कि अपना टाइम वेस्ट ना करे। अब हमारे पास कॉल ऐसी भी आती हैं कि डॉक्टर साहब 50 सैचुरेशन है, क्या आप अपने सेंटर में रख लेंगे? तो उनको मैं ये चीज क्लियर करना चाहता हूँ, हमारा जो आइसोलेशन सेंटर है वो इट इज फॉर लेवल 1 पेशेंट जिनका सैचुरेशन नॉर्मल है, मतलब 94 से अबव है। अगर इन केस हमारे पास यहाँ पर वो एडमिट होते हैं और उनका ऑक्सीजन लेवल कम हो जाता है, तो हमारे पास उनके लिए इमीडिएट ऑक्सीजन सप्लाई है। हम वो पेशेंट नहीं अभी रख रहे हैं जिनका ऑक्सीजन लेवल ऑलरेडी 94 से नीचे है, क्योंकि उनको कंटिन्यूअसली ऑक्सीजन सप्लाई देनी पड़ेगी। इतनी सप्लाई हमारे पास अभी है नहीं कि हम उनको कंटिन्यूअस ऑक्सीजन पे रख सके। तो लेवल 1 मींस अबव 94 SpO2 एट रूम एयर, मतलब बिना ऑक्सीजन के 94 सैचुरेशन है, तो वो हमारे पास आ सकता है। अगर इन केस उसको जरूरत पड़ेगी ऑक्सीजन की, तो हम उसको थोड़े समय के लिए ऑक्सीजन प्रोवाइड करके उसको रेफर कर सकते हैं टू द हायर सेंटर। अब जो लेवल 2 होता है वो हमारा सेंटर नहीं है। लेवल 2 94 से नीचे होता है और 90 से ऊपर होता है। इन पेशेंट्स को IV इंजेक्शंस की जरूरत पड़ती है। इन पेशेंट्स का ऑक्सीजन लेवल कम है और वो कभी भी लेवल 3 की तरफ कन्वर्ट हो सकते हैं। एंटीवायरल ड्रग्स की जरूरत पड़ती है। एंटीवायरल ड्रग्स, इंजेक्शन, कंटिन्यूअस ऑक्सीजन सप्लाई, ये सारा कुछ लेवल 2 जो टर्शरी केयर हॉस्पिटल ही प्रोवाइड कर सकता है, वो वहीं उनको अवेलेबल होगा वो सब चीज। लेवल 3 जो पेशेंट होते हैं वो 90 से नीचे वाले सैचुरेशन वाले होते हैं, वो दीज आर द हाई रिस्क पीपल, कि जिनको कभी भी वेंटिलेटर की जरूरत पड़ सकती है। अब आप बताओ मुझे, अब 50% वाले भी फोन करते हैं कि डॉक्टर साहब आप हमें रख लेंगे। अब 90 से नीचे वाले मींस कभी भी उनको ऑक्सीजन की रिक्वायरमेंट पड़ सकती है। दे आर ऑन कंटिन्यूअस हाई फ्लो ऑक्सीजन। हाई फ्लो ऑक्सीजन के लिए उतना प्रेशर भी होना चाहिए, पीछे से सप्लाई आएगी उतनी, तभी हम पेशेंट को कंटिन्यूअस हाई फ्लो ऑक्सीजन रख पाएंगे। उसके लिए मेडिकल टीम होती है, स्पेशलिस्ट होते हैं, एनेस्थेटिस्ट, मेडिसिन के डॉक्टर अलग होते हैं, हर ICU केयर के डॉक्टर अलग होते हैं। तो वो सारा कुछ आपको टर्शरी केयर सेंटर में ही मिल सकता है। दिस इज लेवल 1 हॉस्पिटल, जहाँ पे हमारे पास MBBS डॉक्टर, BMS डॉक्टर हैं, जो यहाँ पे सभी पेशेंट को अपनी फैसिलिटी प्रोवाइड कर रहे हैं।
ਅਸੀਂ ਮੈਡਮ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਾਫੀ ਟਾਈਮ ਤੋਂ ਤੁਸੀਂ ਡਿਊਟੀ ਕਰ ਰਹੇ ਹੋ ਕੋविड केयर सेंटर्स ਦੇ ਵਿੱਚ। ਤੁਹਾਡੇ ਘਰਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ? क्या आपके घर पे कैसा माहौल है? आप लोग घर पे जाते हैं, इतने लंबे टाइम से आप कोविड केयर सेंटर्स में ड्यूटीज दे रहे हैं, है ना? क्या आपको घर से मतलब कैसे रहते हैं आप वहाँ जाते हैं जब? एक्चुअली ये तो आज सबको ही पता होगा कि हम घर पे कैसे रहते हैं, या कोई बाहर से आता है तो उसके घर में एंट्री कैसे होती है। जैसे हम यहाँ पे पेशेंट की एंट्री कराते हैं, ये सारी चीजें पूछो, ये सारे सिम्टम पूछो, उसका पहले सैनिटाइजेशन करो। हमारे घर पे भी सेम ऐसा ही होता है, और हमारे सेपरेट रूम्स हैं। फैमिली से ज़्यादा मिलजुल नहीं सकते, ज़्यादा बात नहीं होती है उनसे, फ़ोन पे ही ज़्यादा मोस्टली हम लोग बात करते हैं, तो सेपरेट ही रह रहे हैं हम लोग। ऐसा ज़्यादा घुलना मिलना आपको पता है नहीं हो पा रहा है कि घर में पर अपना रूम अलग है, खाना पीना उधर ही दे जाते हैं, कपड़े अपने अलग धो, अपना काम अलग करो, सारी चीज़ें हमारी सेपरेट है घर में। ਤੇ ਤੁਸੀਂ ਸੁਣ ਰਹੇ ਸੀ ਡਾਕਟਰਸ ਨੂੰ ਜਿਹੜੇ ਇੱਥੇ ਡਿਊਟੀ ਦੇ ਰਹੇ ਨੇ ਕਿ ਇਹ ਲੈਵਲ 1 ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਹੈ, ਜਿੱਥੇ 94 ਸੈਚੂਰੇਸ਼ਨ ਲੈਵਲ ਤੋਂ ਉੱਪਰ ਜਿਹੜੇ ਹੋਮ ਆਈਸੋਲੇਸ਼ਨ ਵਿੱਚ ਨੇ ਉਹਨਾਂ ਨੂੰ ਰੱਖਿਆ ਜਾ ਰਿਹਾ। ਬਟ ਆਕਸੀਜਨ ਦੀ ਫੈਸਿਲਿਟੀ ਇੱਥੇ ਹੈ ਇਨ ਕੇਸ ਕਿਸੇ ਪੇਸ਼ੈਂਟ ਨੂੰ ਜਿਹੜਾ ਇੱਥੇ ਐਡਮਿਟ ਹੈ, ਕਿਸੇ ਪੇਸ਼ੈਂਟ ਨੂੰ ਇਨ ਕੇਸ ਆਕਸੀਜਨ ਦੀ ਲੋੜ ਪੈਂਦੀ ਹੈ ਤਾਂ ਕਿ ਉਸ ਨੂੰ ਸ਼ਿਫਟ ਕਰਨਾ ਹੈ ਕਿਸੇ ਦੂਜੇ ਹਸਪੀਟਲ ਦੇ ਵਿੱਚ, ਉਸ ਦੇ ਵਾਸਤੇ ਆਕਸੀਜਨ ਦੀ ਫਿਲਹਾਲ ਇੱਥੇ ਫੈਸਿਲਿਟੀ ਹੈ। ਫਿਲਹਾਲ ਇਹ 100 ਬੈੱਡ ਦਾ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਇਹ ਜ਼ੀਰਕਪੁਰ ਦੇ ਵਿੱਚ ਫੰਕਸ਼ਨਲ ਹੋ ਗਿਆ ਹੈ ਤੇ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਹਰ ਸੈਕਸ਼ਨ ਆਫ ਸੋਸਾਇਟੀ ਕਰ ਰਿਹਾ ਹੈ ਇਸ ਕੋਵਿਡ-19 ਦੇ ਖਿਲਾਫ ਜੰਗ ਦੇ ਵਿੱਚ ਜੋ ਸੈਕੰਡ ਵੇਵ ਇਸ ਵਕਤ ਹਿੰਦੁਸਤਾਨ ਤੇ ਪੰਜਾਬ ਫੇਸ ਕਰ ਰਿਹਾ। ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਸਚਿਨ ਕੁਮਾਰ, ABP ਸਾਂਝਾ, ਜ਼ੀਰਕਪੁਰ।